ਤੇ ਚਾਈਨਾ ਦੇ ਬਾਰਡਰ ਤੇ ਜੋ ਆ ਉਹ ਤਾਂ ਤੁਹਾਨੂੰ ਪਤਾ ਹੀ ਆ। ਤੇ ਜੋ ਆਪਣੇ ਫੌਜ ਦੇ ਕਿੰਨੇ ਜਵਾਨ ਸ਼ਹੀਦ ਹੋਏ ਆ, ਇਸ ਤੋਂ ਬਾਅਦ ਵੀ ਤੁਸੀਂ ਫੌਜ ਭਰਤੀ ਹੋਣਾ ਚਾਹੋਗੇ? ਕਿ ਵੀਰ ਫੌਜ 'ਚ ਭਰਤੀ ਹੋਣ ਦਾ ਜਜ਼ਬਾ ਤਾਂ ਬੜਾ, ਡਰਨ ਵਾਲੀ ਤਾਂ ਕੋਈ ਗੱਲ ਨਹੀਂ। ਪਰ ਜਦੋਂ ਮੈਂ ਪੰਜਾਬ ਵੱਲ ਤੇ ਆਪਣੀ ਸਿੱਖ ਕੌਮ ਵੱਲ ਵੇਖਦਾ ਤਾਂ ਫਿਰ ਮਨ ਨੂੰ ਬਹੁਤ ਬੁਰਾ ਜਿਹਾ ਲੱਗਦਾ। ਵੀਰ ਜੀ, ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਫੌਜ ਭਰਤੀ ਹੋਣਾ, ਪਰ ਜੇ ਇਤਿਹਾਸ ਵੇਖੀਏ ਤਾਂ ਕਾਰਗਿਲ ਦੇ ਯੁੱਧ 'ਚ ਆਪਣੇ ਕਿੰਨੇ ਜਵਾਨ ਸ਼ਹੀਦ ਹੋਏ ਅਤੇ ਕਸ਼ਮੀਰ 'ਚ ਵੀ ਕਿੰਨੇ ਜਵਾਨ ਸ਼ਹੀਦ ਹੋਏ ਅਤੇ ਹੁਣੇ ਨੇਪਾਲ ਨਾਲ ਵੀ ਵਿਗੜ ਗਈ ਆ। ਤੇ ਚਾਈਨਾ ਦੇ ਬਾਰਡਰ ਤੇ ਜੋ ਆ ਉਹ ਤਾਂ ਤੁਹਾਨੂੰ ਪਤਾ ਹੀ ਆ। ਤੇ ਜੋ ਆਪਣੇ ਫੌਜ ਦੇ ਕਿੰਨੇ ਜਵਾਨ ਸ਼ਹੀਦ ਹੋਏ ਆ, ਜਿਨ੍ਹਾਂ ਵਿੱਚੋਂ 4 ਆਪਣੇ ਸਿੱਖ ਜਵਾਨ ਸੀ ਅਤੇ ਉਹਨਾਂ ਵਿੱਚ 2 ਤਾਂ 22 ਅਤੇ 23 ਸਾਲ ਦੇ ਸੀਗੇ। ਇਸ ਤੋਂ ਬਾਅਦ ਵੀ ਤੁਸੀਂ ਫੌਜ ਭਰਤੀ ਹੋਣਾ ਚਾਹੋਗੇ? ਨਿੱਕੇ ਵੀਰ ਫੌਜ 'ਚ ਭਰਤੀ ਹੋਣ ਦਾ ਜਜ਼ਬਾ ਤਾਂ ਬੜਾ, ਡਰਨ ਵਾਲੀ ਤਾਂ ਕੋਈ ਗੱਲ ਨਹੀਂ। ਸਾਡੇ ਗੁਰੂਆਂ ਨੇ ਵੀ ਸਾਨੂੰ ਬਹਾਦਰੀ ਨਾਲ ਜੂਝਣਾ ਹੀ ਸਿਖਾਇਆ। ਵੈਸੇ ਵੀ ਸਿੱਖ ਕੌਮ ਨੇ ਪਹਿਲਾਂ ਵੀ 85% ਕੁਰਬਾਨੀਆਂ ਇਸ ਦੇਸ਼ ਲਈ ਦਿੱਤੀਆਂ, ਪਰ ਜਦੋਂ ਮੈਂ ਪੰਜਾਬ ਵੱਲ ਤੇ ਆਪਣੀ ਸਿੱਖ ਕੌਮ ਵੱਲ ਵੇਖਦਾ ਤਾਂ ਫਿਰ ਮਨ ਨੂੰ ਬਹੁਤ ਬੁਰਾ ਜਿਹਾ ਲੱਗਦਾ। ਸਰਕਾਰ ਵੱਲੋਂ ਜੋ ਸਾਡੇ ਨਾਲ ਵਿਤਕਰੇਬਾਜ਼ੀ ਕੀਤੀ ਜਾਂਦੀ, ਧੱਕੇਸ਼ਾਹੀ ਕੀਤੀ ਜਾਂਦੀ ਆ, ਸਿੱਖ ਕੌਮ ਨੂੰ ਇੱਕ ਵੱਖਰੀ ਹੋਂਦ ਨਹੀਂ ਮੰਨਿਆ ਜਾਂਦਾਗਾ। ਜਗ੍ਹਾ ਜਗ੍ਹਾ ਤੇ ਸਿੱਖਾਂ ਨਾਲ ਧੋਖੇ ਕੀਤੇ ਜਾਂਦੇ ਆ। ਘੱਟ ਗਿਣਤੀਆਂ ਨਾਲ ਤਾਂ ਹਰ ਸਟੇਟ ਵਿੱਚ ਵਿਤਕਰੇਬਾਜ਼ੀਆਂ ਕੀਤੀਆਂ ਜਾਂਦੀਆਂ, ਪਰ ਖਾਸ ਕਰਕੇ ਸਿੱਖ ਕੌਮ ਨੂੰ ਤਾਂ 2% ਕਹਿ ਕੇ ਦਬਾਇਆ ਜਾਂਦਾ। ਜਿਵੇਂ ਮਹਾਰਾਸ਼ਟਰ ਵਿੱਚ ਵੀ ਸਿੱਖਾਂ ਨੂੰ ਜਾੜਿਆ ਜਾ ਰਿਹਾ, ਜਾਂ ਫਿਰ ਯੂਪੀ ਵਿੱਚ ਇੱਕ ਸਿੱਖ ਤੇ ਹਮਲਾ ਕਰਕੇ ਉਹਦੀ ਪੱਗ ਨੂੰ ਕਿਵੇਂ ਰੋਲਿਆ ਗਿਆ, ਇਹ ਵੀ ਆਪਣੇ ਸਾਹਮਣੇ ਹੀ ਆ। ਤੇ ਇਸ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਵੀ ਜੋ ਵੀ ਬੰਦੇ ਘੱਟ ਗਿਣਤੀ ਦੇ ਖਿਲਾਫ ਧੱਕੇਸ਼ਾਹੀ ਕਰਦੇ ਆ ਸਰਕਾਰ ਦੀ ਆੜ ਵਿੱਚ ਆ ਕੇ, ਉਹਨਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਏ ਜਾਣ ਤੇ ਸਿੱਖਾਂ ਨੂੰ ਵੀ ਉਹਨਾਂ ਦੇ ਹੱਕ ਦਿੱਤੇ ਜਾਣ। ਸਿੱਖ ਫੌਜੀਆਂ ਨੇ ਇਸ ਤੋਂ ਪਹਿਲਾਂ ਵੀ ਬੜੀਆਂ ਬਹਾਦਰੀਆਂ ਦਿਖਾਈਆਂ ਨੇ। ਸਿੱਖ ਫੌਜੀ ਭਾਵੇਂ ਉਹ ਸਾਰਾਗੜੀ ਦਾ ਯੁੱਧ ਹੋਵੇ, ਭਾਵੇਂ ਉਹ ਕਾਰਗਿਲ ਦਾ ਯੁੱਧ ਹੋਵੇ, ਉਹ ਸਿੱਖ ਫੌਜੀਆਂ ਨੇ ਬੜੀ ਬਹਾਦਰੀ ਦਿਖਾਈ ਆ। ਤੇ ਨਾਲ ਹੀ ਕਈ ਸ਼ਹੀਦ ਫੌਜਾਂ ਦੇ ਪਰਿਵਾਰਾਂ ਨੂੰ ਪੈਸੇ ਜਾਂ ਫਿਰ ਨੌਕਰੀ ਦੇਣ ਦੀ ਗੱਲ ਵੀ ਚੱਲੀ, ਪਰ ਕਈ ਫਿਰ ਵੀ ਲਾਰੇ ਲੱਪੇ ਰਹਿ ਗਏ। ਪਰ ਉਹਨਾਂ ਦੀ ਕੌਮ ਬਾਰੇ ਕਦੇ ਨਹੀਂ ਸੋਚਿਆ ਗਿਆ, ਸਿੱਖ ਕੌਮ ਬਾਰੇ ਕਦੇ ਨਹੀਂ ਸੋਚਿਆ ਗਿਆ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ। ਹਾਲਾਂਕਿ ਪੰਜਾਬ ਦੀ ਸਰਕਾਰ ਕਈ ਵਾਰੀ ਪੰਜਾਬੀਆਂ ਦੇ ਹੱਕਾਂ ਬਾਰੇ ਗੱਲ ਕਰਦੀ ਆ, ਪਰ ਸਿੱਖਾਂ ਦੇ ਹੱਕਾਂ ਬਾਰੇ ਕੋਈ ਨਹੀਂ ਗੱਲ ਕਰਦਾਗਾ। ਸਿੱਖਾਂ ਨੂੰ ਹਮੇਸ਼ਾ ਧੱਕੇ ਹੀ ਕੀਤੇ ਜਾਂਦੇ ਆ। ਤੇ ਇਸ ਵਿੱਚ ਸਾਨੂੰ ਵੀ ਚਾਹੀਦਾ, ਭਾਵੇਂ ਉਹ ਦਿੱਲੀ ਦੇ ਦੰਗੇ ਹੋਣ, ਉਹਨਾਂ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਪੰਜਾਬ ਦੇ ਵਿੱਚ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਈ, ਉਹਦਾ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਦਰਬਾਰ ਸਾਹਿਬ 'ਚ ਜਦੋਂ ਅਟੈਕ ਹੋਇਆ, ਉਹਦੇ ਵਿੱਚ ਵੀ ਸਿੱਖਾਂ ਨੂੰ ਹੀ ਵਰਤਿਆ ਗਿਆ, ਪਰ ਉਹਦਾ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆਗਾ। ਤੇ ਇਹਦੇ ਵਿੱਚ ਸਰਕਾਰ ਨੂੰ ਉਹਦੀ ਪਾਲਿਸੀਆਂ ਨੂੰ ਬਦਲਣ ਦੀ ਲੋੜ ਆ, ਤੇ ਸਾਰੇ ਸਿੱਖ ਆਗੂਆਂ ਨੂੰ ਵੀ ਲੋੜ ਆ ਵੀ ਉਹ ਇਕੱਠੇ ਹੋ ਕੇ ਇਸ ਮਸਲੇ ਬਾਰੇ ਗੱਲ ਕਰਨ, ਇਸ ਬਾਰੇ ਆਵਾਜ਼ ਉਠਾਉਣ ਸਰਕਾਰ ਦੇ ਸਾਹਮਣੇ। ਤੇ ਨਾਲ ਹੀ ਸੈਂਟਰ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ, ਜੋ ਸਾਡੇ ਬੰਦੀ ਸਿੰਘ ਜੋ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਜੇਲ੍ਹਾਂ ਵਿੱਚ ਬੈਠੇ ਹਨ, ਉਹਨਾਂ ਨੂੰ ਵੀ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਤੇ ਬਾਕੀ ਜੋ ਸਾਡੇ ਸਿੱਖ ਫੌਜੀਆਂ ਨੂੰ ਚਾਈਨਾ ਵਿੱਚ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਵੀ ਸਿੱਖ ਰੈਜੀਮੈਂਟਾਂ ਨੂੰ ਲੇਹ ਲਦਾਖ ਦੇ ਏਰੀਏ ਵਿੱਚ, ਜਿੱਥੇ ਪਹਿਲਾਂ ਖਾਲਸੇ ਦਾ ਰਾਜ ਵੀ ਰਿਹਾ ਸੀਗਾ, ਉੱਥੇ ਫਿਰ ਸਿੱਖ ਰੈਜੀਮੈਂਟਾਂ ਨੂੰ ਭੇਜ ਦਿੱਤਾ ਗਿਆ, ਤਾਂ ਕਿ ਪਹਿਲਾਂ ਤਾਂ ਗੱਲਬਾਤ ਨਾਲ ਮਸਲਾ ਹੱਲ ਹੋ ਸਕੇ, ਜਾਂ ਫਿਰ ਤੇ ਜੰਗ ਦੀ ਨੌਬਤ ਵੀ ਆਵੇ, ਫਿਰ ਵੀ ਸਿੱਖ ਫੌਜੀ ਸ਼ਹੀਦ ਹੋਣਗੇ। ਤਾਂ ਇਹਨਾਂ ਪਾਲਿਸੀਆਂ ਨੂੰ, ਇਹਨਾਂ ਨੀਤੀਆਂ ਨੂੰ ਸਰਕਾਰ ਨੂੰ ਬਦਲਣ ਦੀ ਲੋੜ ਆ, ਤਾਂ ਹੀ ਸਾਡੇ ਪੰਜਾਬ ਦਾ ਤੇ ਦੇਸ਼ ਦਾ ਭਲਾ ਹੋ ਸਕੂਗਾ। ਵੀਰ ਜੀ, ਇੱਕ ਹੋਰ ਗੱਲ ਕਿ ਜੋ ਚਾਈਨਾ ਦੇ ਸਮਾਨ ਦਾ ਵਿਰੋਧ ਕੀਤਾ ਜਾ ਰਿਹਾ ਵਾ, ਐਲਸੀਡੀਆਂ ਨੂੰ ਤੋੜਿਆ ਜਾ ਰਿਹਾ ਵਾ ਅਤੇ ਮੋਬਾਈਲ ਫੋਨਾਂ ਨੂੰ ਬੰਦ ਕੀਤਾ ਜਾ ਰਿਹਾ ਵਾ, ਇੱਕਦਮ ਸਾਰੇ ਸਮਾਨ ਨੂੰ ਬੰਦ ਕੀਤਾ ਜਾ ਰਿਹਾ ਵਾ, ਤਾਂ ਸਰਕਾਰ ਨੂੰ ਇਸ ਤੇ ਪਹਿਲਾਂ ਗੌਰ ਕਰਨ ਦੀ ਲੋੜ ਸੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ? ਨਿੱਕੇ ਵੀਰ, ਜਿਹੜੇ ਮੋਦੀ ਭਗਤ ਸਰਕਾਰ ਦੀ ਆੜ ਵਿੱਚ ਸਾਰੇ ਸਮਾਨ ਨੂੰ ਭੰਨ ਤੋੜ ਕਰ ਰਹੇ ਹਨ, ਜੋ ਉਹਨਾਂ ਨੇ ਪਹਿਲਾਂ ਪੈਸੇ ਦੇ ਕੇ ਖਰੀਦਿਆ, ਉਸ ਨੂੰ ਭੰਨਣ ਦਾ ਤਾਂ ਕੋਈ ਫਾਇਦਾ ਨਹੀਂਗਾ। ਬਲਕਿ ਸਰਕਾਰ ਨੂੰ ਇਹ ਚਾਹੀਦਾ ਵੀ ਇਸ ਸਮਾਨ ਨੂੰ ਭੰਨਣ ਦੀ ਬਜਾਏ ਸਾਰਾ ਸਮਾਨ ਭਾਰਤ ਦੇ ਵਿੱਚ ਹੀ ਬਣਾਇਆ ਜਾਵੇ ਤੇ ਉਹਨੂੰ ਉਸੇ ਭਾਅ ਦੇ ਵਿੱਚ ਹੀ ਵੇਚਿਆ ਜਾਵੇ। ਇਹ ਜਿਹਾ ਕੋਈ ਸਿਸਟਮ ਖੜਾ ਕੀਤਾ ਜਾਵੇ ਤਾਂ ਕਿ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਵੀ ਮਿਲ ਸਕੇ, ਤੇ ਨਾਲ ਹੀ ਇਹ ਜਿਹੀਆਂ ਪਾਲਿਸੀਆਂ ਬਣਾਉਣ ਦੀ ਸਰਕਾਰ ਨੂੰ ਲੋੜ ਆ। ਬਾਕੀ ਚਾਈਨਾ ਵੇਖੋ ਕਿੰਨੇ ਤੇਜ਼ ਦਿਮਾਗ ਵਾਲਾ ਨਿਕਲਿਆ, ਉਹਨੇ ਪਹਿਲਾਂ ਸਸਤਾ ਸਮਾਨ ਵੇਚ ਕੇ ਸਾਰੇ ਦੇਸ਼ਾਂ ਵਿੱਚ ਆਪਦਾ ਸਮਾਨ ਵੇਚ ਕੇ ਇੰਨਾ ਪੈਸਾ ਕਮਾਇਆ, ਇੰਨੇ ਹਥਿਆਰ ਸਾਰੇ ਖਰੀਦ ਲਏ, ਉਸ ਤੋਂ ਬਾਅਦ ਇੰਨਾ ਖਤਰਨਾਕ ਕਰੋਨਾ ਵਾਇਰਸ ਭੇਜ ਕੇ ਸਾਰੇ ਦੇਸ਼ਾਂ ਨੂੰ ਗੋਡਿਆਂ ਪਰਨੇ ਕਰਤਾ। ਤੇ ਇਹਦੇ ਵਿੱਚ ਚੀਨ ਦੀ ਚਾਲਾਂ ਨੂੰ ਵੀ ਸਮਝਣ ਦੀ ਲੋੜ ਆ, ਤੇ ਬਾਕੀ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਇਹ ਸਮਝਣ ਦੀ ਲੋੜ ਆ, ਤੇ ਇਹੋ ਜਿਹੀਆਂ ਪਾਲਿਸੀਆਂ ਬਣਾਉਣ ਦੀ ਲੋੜ ਆ, ਇਹੋ ਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਆ, ਤਾਂ ਕਿ ਸਭ ਦਾ ਭਲਾ ਹੋ ਸਕੇ, ਤਾਂ ਹੀ ਸਭ ਦਾ ਭਲਾ ਹੋ ਸਕੂਗਾ। ਇਹੋ ਜਿਹਾ ਪਾਲਿਸੀ ਅੱਗੇ ਤੋਂ ਸਿਸਟਮ ਇਹੋ ਜਿਹਾ ਬਣਾਉਣ ਦੀ ਲੋੜ ਆ ਸਰਕਾਰ ਨੂੰ। ਬਾਕੀ ਆਪਦੇ ਝੂਠੇ ਬਿਆਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਸਰਕਾਰ ਨੂੰ, ਤੇ ਆਪਦੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਸੋਚਣਾ ਚਾਹੀਦਾ।